ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜਮਾਹ ਤੁਹਾਡੀ ਹੋਸਟ ਅਨਿਲ ਮੁਖਰਤ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 28 ਫਰਵਰੀ 2025 17 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੋਂ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਇੱਕ ਪ੍ਰਮੁੱਖ ਪੱਤਰਕਾਰ ਤੇ ਲਿਖਾਰੀ ਰਾਜਾ ਨੁਸਰਤ ਅਲੀ ਜੀ ਦਾ ਇੱਕ ਲੇਖ ਜਿਹੜਾ ਹੈ ਪਾਕਿਸਤਾਨ ਦੇ ਪ੍ਰਮੁੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਔਰ ਜਿਸ ਦਾ ਅਨੁਮਾਨ ਹੈ ਖਾਲਿਸਤਾਨ ਇਜ਼ ਇਨ ਦਾ ਮੇਕਿੰਗ। ਸੋ ਯਾਨੀ ਕਿ ਪਾਕਿਸਤਾਨ ਬਣ ਰਿਹਾ ਹੈ। ਸੋ ਇਸ ਲੇਖ ਵਿੱਚ ਉਹਨਾਂ ਨੇ ਟੀਵੀ 84 ਦੇ ਰੋਲ ਦੀ ਵੀ ਸ਼ਲਾਘਾ ਕੀਤੀ ਹੈ। ਸੋ ਇਹ ਲੇਖ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਬਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਅਕਸਰ ਮੈਂ ਇਹ ਮੈਂਸ਼ਨ ਕਰਦਾ ਕਿ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਜਿਹੜੇ ਵੀਰ ਨਾਲ ਆ ਕੇ ਖਲੋਤੇ ਜਿਨ੍ਹਾਂ ਨੇ ਇਹ ਐਦ ਲਿਆ ਪ੍ਰਣ ਕੀਤਾ ਕਿ ਡਾਕਟਰ ਸਾਹਿਬ ਦਾ ਲਾਇਆ ਇਹ ਬੂਟਾ ਟੀਵੀ 84 ਦਾ ਇਸ ਨੂੰ ਅਸੀਂ ਫਲਦੇ ਫੁੱਲਦੇ ਰੱਖਣਾ। ਉਹਨਾਂ ਦੇ ਵਿੱਚ ਮੋਢੀਆਂ 'ਚੋਂ ਭਾਈ ਗੋਬਿੰਦਰ ਸਿੰਘ ਨੇ ਉਹਨਾਂ ਵੱਲੋਂ ਪੱਕੇ ਤੌਰ ਦੇ ਉੱਤੇ ਮਹੀਨੇ ਦੇ ਵਿੱਚ ਇੱਕ ਉਹਨਾਂ ਦੀ ਸਪਾਂਸਰਸ਼ਿਪ ਹੁੰਦੀ ਹੈ। ਔਰ ਇੱਕ ਸਮਾਗਮ ਜਿਹੜਾ ਕਿ ਡਾਕਟਰ ਸਾਹਿਬ ਦੇ ਵਿਛੜਨ ਦੇ ਮੌਕੇ ਸਾਲਾਨਾ ਅਸੀਂ ਡਾਲਸ ਟੈਕਸਾਸ ਦੇ ਵਿੱਚ ਕਰਦੇ ਹਾਂ। ਇਸ ਵਾਰੇ ਵੀ ਮਈ ਦੇ ਮਹੀਨੇ 'ਚ ਅਸੀਂ ਉਸ ਨੂੰ ਲਿਖਾਂਗੇ ਅਵੇਲੇਬਲ ਡੇਟਾਂ ਦੇ ਮੁਤਾਬਕ ਔਰ ਉਸ ਦੇ ਵਿੱਚ ਉਹ ਲੋਕਲ ਡਾਲਸ ਦੀਆਂ ਸੰਗਤਾਂ ਨੂੰ ਪ੍ਰੇਰ ਕੇ ਆਪਣੇ ਕਨੈਕਸ਼ਨਸ ਰਾਹੀਂ ਵੀ ਔਰ ਪੰਥਕ ਪਲੇਟਫਾਰਮ ਤੋਂ ਵੀ ਟੀਵੀ 84 ਲਈ ਇੱਕ ਚੰਗਾ ਫੰਡ ਰੇਜ਼ਿੰਗ ਕਰਦੇ ਨੇ। ਔਰ ਇਸ ਤੋਂ ਇਲਾਵਾ ਵੀ ਨਿੱਜੀ ਤੌਰ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ 1-to-1 ਸਪਾਂਸਰਸ਼ਿਪ ਲਈ ਵੀ ਸਾਰਿਆਂ ਨੂੰ ਪ੍ਰੇਰਨ ਸਾਡੇ ਨਾਲ ਰੈਗੂਲਰ ਰਾਬਤੇ 'ਚ ਰਹਿੰਦੇ ਨੇ। ਜੇ ਕਿਤੇ ਐਬਸੈਂਸ ਹੋਏ ਤਾਂ ਉਹਨਾਂ ਨੂੰ ਫਿਕਰ ਹੋ ਜਾਂਦਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ। ਔਰ ਮੈਂ ਸਮਝਦਾ ਵੀ ਇਹ ਸਾਰੇ ਹੀ ਸਾਡੇ ਲਈ ਰੱਬ ਦੇ ਤੋਹਫੇ ਨੇ, ਗਿਫਟਸ ਆਫ ਦਾ ਗॉड। ਬਿਲਕੁਲ। ਔਰ ਇਹ ਗੱਲ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਨਾਲ 18 ਸਾਲ ਦੀ ਸਾਂਝ ਰਹੀ, ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਨ, ਅੰਮ੍ਰਿਤਸਰ ਦੇ ਜੰਪਲ ਸਨ, ਪਾਕਿਸਤਾਨ ਦੀ ਫੌਜ ਕਾਕੁਲ ਅਕੈਡਮੀ 'ਚ ਉਹਨਾਂ ਦੀ ਟ੍ਰੇਨਿੰਗ ਹੋਈ ਸੀ ਔਰ ਆਫਿਸਰ ਦੇ ਤੌਰ 'ਤੇ ਜਿਹੜਾ ਉਹ ਛੱਡ ਕੇ ਫਿਰ ਬਾਹਰ ਆ ਗਏ ਸੀ। ਅਤੇ ਉਹਨਾਂ ਦਾ ਅਕਸਰ ਇਹ ਕਹਿਣਾ ਸੀ ਜਦੋਂ ਵੀ ਪੰਥ ਪ੍ਰਸਤ ਸਾਡੇ ਵੀਰਾਂ ਨੂੰ ਥਾਂ ਥਾਂ ਮਿਲਦੇ ਤਾਂ ਉਹਨਾਂ ਨੇ ਕਹਿਣਾ ਕਿ ਡਾਕਟਰ ਸਾਹਿਬ ਤੁਹਾਡੇ
ਮਿੱਤਰ ਜਾਂ ਤੁਹਾਡੇ ਨਾਲ ਜਿਹੜੇ ਲੱਗੇ ਨੇ ਬਹੁਤ ਸਚਿਆਰੇ ਲੋਕ ਨੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਸਾਡੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਚੋਰਾਂ ਲਈ ਚੋਰ ਬੜੇ ਨੇ, ਸਾਧਾਂ ਲਈ ਸਾਧ ਬੜੇ ਨੇ। ਉਸ ਕਿਸਮ ਦੇ ਹੀ ਇੱਕ ਦੂਸਰੇ ਪ੍ਰਤੀ ਅਟਰੈਕਟ ਹੁੰਦੇ ਨੇ। ਸੋ ਭਾਈ ਗੋਬਿੰਦਰ ਸਿੰਘ ਵੀ ਪਿਛਲੇ ਆਲਮੋਸਟ 1990 ਤੋਂ ਹੀ, ਜਦੋਂ ਪਹਿਲੀ ਵਾਰ ਮੇਰਾ ਨਿਊਯਾਰਕ ਆਉਣਾ ਹੋਇਆ, ਡਾਕਟਰ ਰਣਜੀਤ ਸਿੰਘ ਨਾਲ ਮੁਲਾਕਾਤ ਹੋਈ ਔਰ ਉਹ ਹਮੇਸ਼ਾ ਦੇ ਲਈ ਇੱਕ ਵਜੂਦ ਦਾ ਹਿੱਸਾ ਬਣੇ। ਔਰ ਉਦੋਂ ਭਾਈ ਗੋਬਿੰਦਰ ਸਿੰਘ ਡਾਕਟਰ ਸਾਹਿਬ ਦੇ ਨਾਲ ਹੀ ਕੰਮ ਕਰਦੇ ਸੀ ਗੈਸ ਸਟੇਸ਼ਨ ਦੇ ਉੱਤੇ। ਔਰ ਇਹਨਾਂ ਦਾ ਜਿਹੜਾ ਭਾਵੁਕਤਾ ਵਾਲਾ ਪਿਆਰ ਹੈ ਕੌਮ ਪ੍ਰਤੀ ਵੀ, ਇਹਨਾਂ ਦੇ ਭਰਾਤਾ ਵੀ ਸ਼ਹੀਦ ਨੇ ਸੰਘਰਸ਼ ਦੇ। ਔਰ ਹੁਣ ਈਵਨ ਤੀਸਰੀ ਜਨਰੇਸ਼ਨ ਨੂੰ ਵੀ ਇਹ ਕਮਿਟ ਕਰਵਾਉਂਦੇ ਨੇ ਕਿ ਭਾਈ ਇਸੇ ਪਾਸੇ ਤੁਰਨਾ ਹੈ। ਇਹਨਾਂ ਦਾ ਬੇਟਾ ਵੀ ਜਗਮੀਤ ਸਿੰਘ, ਬੇਟੀ ਬਹੁਤ ਹੀ ਡੈਡੀਕੇਟਿਡ ਸਿੱਖੀ ਭਾਵਨਾ ਔਰ ਪੰਥਕ ਖਾਲਿਸਤਾਨੀ ਜਜ਼ਬੇ ਨਾਲ ਓਤਪ੍ਰੋਤ ਨੇ। ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਖਾਲਿਸਤਾਨ ਇਜ਼ ਇਨ ਦਾ ਮੇਕਿੰਗ। ਖਾਲਿਸਤਾਨ ਬਣ ਰਿਹਾ, ਖਾਲਿਸਤਾਨ ਆ ਰਿਹਾ। ਹੁਣ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਬੇਸ਼ੱਕ ਅੱਜ ਲੀਡ ਟੌਪਿਕ ਤਾਂ ਜਿਹਦੀ ਚਰਚਾ ਦੁਨੀਆ ਭਰ 'ਚ ਹੈ, ਜੋ ਕੁਛ ਵਾਈਟ ਹਾਊਸ ਦੇ ਵਿੱਚ ਹੋਇਆ, ਉਹ ਸਾਡਾ ਫੋਲੋਇੰਗ ਟੌਪਿਕ ਹੋਏਗਾ। ਬਿਲਕੁਲ। ਪਰ ਮੈਂ ਸਾਡੇ ਖਾਸ ਤੌਰ 'ਤੇ ਪਾਕਿਸਤਾਨੀ ਪੱਤਰਕਾਰਾਂ ਦੇ ਵਿੱਚ ਪ੍ਰਮੁਖਤਾ ਦੇ ਨਾਲ ਜਿਨ੍ਹਾਂ ਦਾ ਸਿੱਖ ਇਸ਼ੂਜ਼ ਦੇ ਉੱਤੇ ਜਿਹੜਾ ਹੈ ਉਹ ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਹੌਸਲਾ ਵੀ ਰੱਖਦੇ ਨੇ, ਕਿਉਂਕਿ ਜਦੋਂ ਅਸੀਂ ਇਹ ਸਫ਼ਰ ਲਗਭਗ 40 ਵਰ੍ਹੇ ਪਹਿਲਾਂ ਸ਼ੁਰੂ ਕੀਤਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁੱਢਲੇ ਵਰ੍ਹਿਆਂ ਦੇ ਵਿੱਚ 84 ਤੋਂ ਇੱਕਦਮ ਬਾਅਦ, ਕਿਉਂਕਿ ਉਦੋਂ ਅਜੇ ਕੋਈ ਤਾਰ ਨਹੀਂ ਸੀ ਲੱਗੀ ਹੋਈ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਦੇ ਜ਼ਿਲ੍ਹੇ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਸੀ ਔਰ ਖੁੱਲ੍ਹੇ ਤੌਰ ਦੇ ਉੱਤੇ ਖੇਤਾਂ ਰਾਹੀਂ, ਦੂਜਿਆਂ ਰਾਹੀਂ, ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਜੂਨ 84 ਤੋਂ ਬਾਅਦ ਇਸ ਭਾਵਨਾ ਨਾਲ ਕਿ ਭਾਈ ਅਸੀਂ ਲੜਨਾ ਹੈ ਕੌਮ ਦੇ ਲਈ, ਕੌਮੀ ਘਰ ਖਾਲਿਸਤਾਨ ਦੇ ਲਈ, ਉਹਨਾਂ ਨੇ ਸਰਹੱਦ ਟੱਪੀ। ਪਰ ਮੱਧੇ ਭਾਗਾਂ ਨੂੰ ਨਾ ਪਾਕਿਸਤਾਨ ਦੀ ਉਸ ਵੇਲੇ ਦੀ ਹਕੂਮਤ ਤਿਆਰ ਸੀ ਕਿ ਭਾਈ ਇਹ ਕੀ ਹੈ, ਬਹੁਤ ਸਾਰਿਆਂ ਨੂੰ ਜੇਲ੍ਹ 'ਚ ਹੀ ਰੱਖਿਆ ਗਿਆ ਔਰ ਕੁਛ ਜਿਹੜੇ ਨੇ ਨਿਰਾਸ਼ ਹੋ ਕੇ ਵਾਪਸ ਵੀ ਪਰਤੇ। ਔਰ ਇਹ ਗੱਲ ਸਿਰਫ ਮੇਰਾ ਕਹਿਣਾ ਨਹੀਂ ਹੈ, ਇਹ ਉਸ ਵੇਲੇ ਦੇ ਪਾਕਿਸਤਾਨ ਦੇ ਖੁਫੀਆ ਏਜੰਸੀ ਦੇ ਮੁਖੀ ਜਿਨ੍ਹਾਂ ਨੇ, ਸ਼ਾਇਦ ਹਮੀਦ ਗੁਲ ਉਹਨਾਂ ਦਾ ਨਾਂ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਸਟੇਜ 'ਤੇ ਸਾਡੇ ਕੋਲ 5 ਤੋਂ 6 ਹਜ਼ਾਰ ਜਿਹੜੇ ਨੌਜਵਾਨ ਨੇ ਉਹ ਮੌਜੂਦ ਸੀ। ਸੋ ਕੁਛ ਉਹਨਾਂ 'ਚੋਂ ਜਿਹੜੇ ਨੇ ਉਹ ਫੌਰਨ ਵਾਪਸ ਆਏ, ਕੁਛ ਬਾਅਦ 'ਚ ਨਿਰਾਸਤਾ ਜਾਏ। ਜਦੋਂ ਤੱਕ ਪਾਕਿਸਤਾਨ ਨੂੰ ਸਮਝ ਆਈ ਕਿ ਵੀ ਇਹ ਕਿੰਨਾ ਵੱਡਾ ਇਸ਼ੂ ਉਹਨਾਂ ਦੇ ਨੈਸ਼ਨਲ ਇੰਟਰਸਟ ਵੀ ਸੀ, ਸਿੱਖਾਂ ਦਾ ਵੀ ਨੈਸ਼ਨਲ ਇੰਟਰਸਟ ਸਰਵ ਹੁੰਦਾ ਸੀ, ਲੇਕਿਨ ਉਹ ਵਕਤ ਗਵਾਚਿਆ। ਫਿਰ ਉਹਦੇ ਵੱਖਰੇ ਦੌਰ ਨੇ ਕਿ ਬੇਨਜ਼ੀਰ ਭੁੱਟੋ ਦੇ ਪੀਰੀਅਡ ਦੇ ਵਿੱਚ ਜਿਹੜੀ ਗੱਲ ਖੁਦ ਬੇਨਜ਼ੀਰ ਨੇ ਆਪਣੇ ਮਾਰੇ ਜਾਣ ਤੋਂ ਕੁਛ ਦਿਨ ਪਹਿਲਾਂ ਇੱਕ ਭਾਰਤ ਦੇ ਪ੍ਰੋਮੀਨੈਂਟ, ਸ਼ਾਇਦ ਇੰਡੀਆ ਟੁਡੇ ਜਾਂ ਆਊਟਲੁੱਕ, ਉਹਨੂੰ ਇੰਟਰਵਿਊ 'ਚ ਕਹੀ ਸੀ ਕਿ ਜੀ ਅਸੀਂ ਰਾਜੀਵ ਗਾਂਧੀ ਦੇ ਨਾਲ ਜਿਹੜਾ ਸਾਡੀ ਅੰਡਰਸਟੈਂਡਿੰਗ ਸੀ ਕਿ ਉਹ ਸਿਆਚਨ ਗਲੇਸ਼ੀਅਰ ਤੋਂ ਪਿੱਛੇ ਹਟਣਗੇ, ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਜਿਹੜਾ ਹੈ ਉਹਨੂੰ ਸਪਰੈਸ ਕਰਨ ਲਈ ਮਦਦ ਕਰਾਂਗੇ, ਅਸੀਂ ਆਪਣਾ ਪਾਰਟ ਕੀਤਾ, ਲੇਕਿਨ ਉਹਨਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਔਰ ਇਸ ਦੇ ਉੱਤੇ ਹੀ ਜਿਹੜੀ ਇੱਕ ਪੋਪੂਲਰ ਕਹਾਣੀ ਉਸ ਪੀਰੀਅਡ ਦੀ ਚਲੀ ਆਉਂਦੀ ਹੈ ਕਿ ਭਾਈ ਉਹਨਾਂ ਨੇ ਜਿਹੜੇ ਜੁਝਾਰੂ ਸਿੰਘ ਸੀ ਉਹਨਾਂ ਦੀਆਂ ਲਿਸਟਾਂ ਦਿੱਤੀਆਂ, ਇਹ ਕਿੰਨਾ ਠੀਕ ਹੈ ਨਹੀਂ ਹੈ, ਬੋਸਟ ਕੀਤਾ ਜਾਂ ਨਹੀਂ, ਲੇਕਿਨ ਇਹ ਔਨ ਰੈਕਟ ਹੈ ਕਿ ਇਸ ਕਿਸਮ ਦਾ ਬਿਆਨ ਉਹਨਾਂ ਨੇ ਦਿੱਤਾ ਵੀ ਔਰ ਪਾਕਿਸਤਾਨ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਵੀ ਹੋਈ। ਪਰ ਬਾਈ ਐਂਡ ਲਾਰਜ ਪਾਕਿਸਤਾਨ ਦੇ ਪ੍ਰੋਮੀਨੈਂਟ ਜਿਹੜੇ ਇੰਟੈਲੈਕਚੁਅਲ ਨੇ ਜਾਂ ਇੱਕ ਤਾਂ ਤਬਕਾ ਰਿਹਾ ਆਮ ਆਵਾਮ ਦੇ ਵਿੱਚ ਸਿੱਖਾਂ ਦੇ ਨਾਲ ਹਮਦਰਦੀ ਵੀ ਸੀ, ਅੱਜ ਵੀ ਹੈ। ਬਹੁਤ ਸਾਰੇ ਜਿਹੜੇ ਈਵਨ ਤੁਹਾਨੂੰ ਆਮ ਲੋਕ, ਸਟ੍ਰੇਂਜਰ ਜਿਨ੍ਹਾਂ ਨੂੰ ਤੁਸੀਂ ਕਹੋ ਮਿਲਣਗੇ, ਉਹ ਵੀ ਇਹ ਕਹਿਣਗੇ ਖਾਲਿਸਤਾਨ ਕਦੋਂ ਬਣਾ ਰਹੇ ਹੋ ਉਹਨਾਂ ਦੇ ਵਿੱਚ। ਲੇਕਿਨ ਕਦੇ ਵੀ ਜਿਹੜਾ ਪਾਕਿਸਤਾਨ ਦਾ ਇੰਟੈਲੈਕਚੁਅਲ ਵਰਗ ਹੈ ਜਾਂ ਈਵਨ ਉਹਨਾਂ ਦੇ ਪ੍ਰੋਮੀਨੈਂਟ ਜਰਨਲਿਸਟ ਨੇ ਜਾਂ ਰਾਈਟਰਸ ਨੇ, ਉਹਨਾਂ ਵਿਰਲੇ ਨੇ ਜਿਹੜੇ ਹਮਦਰਦੀ ਜਾਂ ਜਿਨ੍ਹਾਂ ਨੇ ਲਿਖਿਆ ਵੀ, ਲੇਕਿਨ ਕਦੇ ਵੀ ਉਹਨਾਂ ਦੇ ਲਈ ਇਹ ਕੋਈ ਬਹੁਤੀ ਅਹਿਮੀਅਤ ਵਾਲਾ ਮੁੱਦਾ ਨਹੀਂ ਰਿਹਾ। ਪਤਾ ਨਹੀਂ ਇਹਦੇ ਡਿਫਰੈਂਟ ਕਾਰਨ ਹੋ ਸਕਦੇ ਨੇ। ਇੱਕ ਸ਼ਾਇਦ 47 ਦੌਰ ਦਾ ਜਿਹੜਾ ਸਿਵਲ ਵਾਰ ਔਰ ਜਿਸ ਕਿਸਮ ਦੀ ਆਪਸੀ ਕਤਲੋਗਾਰਦ, ਉਸ ਦਾ ਵੀ ਹਿੱਸਾ, ਹਾਲਾਂਕਿ ਉਹ ਜਨਰੇਸ਼ਨ ਤਾਂ ਬਹੁਤੀ ਹੁਣ ਤੁਰ ਗਈ,
ਦੂਸਰਾ ਪਾਕਿਸਤਾਨ ਆਪਣੀਆਂ ਹੀ ਪੋਲਿਟਿਕਸ ਦੇ ਵਿੱਚ ਇੰਨਾ ਕੁ ਅਬਸੈਸਡ ਹੈ ਅੱਜ ਵੀ ਪਹਿਲਾਂ ਵੀ ਕਿ ਉਹਨਾਂ ਦੇ ਲਈ ਉਸ ਦਾਇਰਾ ਕਾ ਲੇਕਿਨ ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ ਕਸ਼ਮੀਰ ਸੋਲੀਡੈਰਿਟੀ ਡੇ ਪਾਕਿਸਤਾਨ 'ਚ ਯਾਦ ਕੀਤਾ ਜਾਂਦਾ ਹੈ, ਕਾਇਦੇ ਆਜ਼ਮ ਨੇ ਕਸ਼ਮੀਰ ਨੂੰ ਸ਼ਾਹ ਰਗ ਪਾਕਿਸਤਾਨ ਦੀ ਕਿਹਾ ਔਰ ਅੱਜ ਵੀ ਪਾਕਿਸਤਾਨ ਉਸ ਮੁੱਦੇ ਦੇ ਉੱਤੇ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਫਿਰ ਖਾਲਿਸਤਾਨ ਦੀ ਮੂਵਮੈਂਟ ਦੀ ਇੰਪੋਰਟੈਂਸ ਦਾ ਵੀ ਅਹਿਸਾਸ ਹੋਣਾ ਚਾਹੀਦਾ ਸੀ, ਭਾਵੇਂ ਅਪਰ ਲੈਵਲ ਤੇ ਜਦੋਂ ਤੱਕ ਉੱਥੇ ਪਾਲਿਸੀ ਮੇਕਰਸ ਨੂੰ ਮਾੜਾ ਮੋਟਾ ਸਿੱਖ ਫੈਕਟਰ ਦਾ ਅਹਿਸਾਸ ਹੋਇਆ ਉਹਦੇ 'ਚੋਂ ਬਹੁਤ ਕੁਝ ਬਦਲਿਆ। ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੇਖਦੇ ਹਾਂ। ਫਿਰ 5 ਅਗਸਤ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਔਰ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ ਦੇ ਵਿੱਚ ਡਾਇਸਪੋਰਾ ਸਿੱਖ ਪਾਕਿਸਤਾਨ 'ਚ ਵਿਜ਼ਿਟ ਵੀ ਕਰਦੇ ਨੇ ਔਰ ਇਹ ਉਹਨਾਂ ਦੇ ਲਈ ਜਿੱਥੇ ਦੋਨਾਂ ਕੌਮਾਂ ਦੀ ਸਾਂਝ ਦਾ ਇੱਕ ਪ੍ਰਤੀਕ ਵੀ ਹੈ, ਉੱਥੇ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਟੂਰਿਜ਼ਮ ਦੇ ਐਂਗਲ ਤੋਂ, ਉਹਨਾਂ ਦੇ ਕਾਰੋਬਾਰੀ ਸਿਲਸਿਲੇ ਦੇ ਐਂਗਲ ਤੋਂ ਵੀ ਜਿਹੜਾ ਹੈ ਇਹ ਇੱਕ ਉਹਨਾਂ ਲਈ ਵੀ ਅਸੈਟ ਹੈ ਤੇ ਸਾਡੇ ਲਈ ਵੀ, ਕਿਉਂਕਿ ਸਾਡਾ ਵੱਡਾ ਵਿਰਸਾ ਇਤਿਹਾਸਕ ਗੁਰਦੁਆਰਿਆਂ ਦਾ ਵੀ ਔਰ ਸਾਡੇ ਵਿਰਾਸਤ ਦਾ ਵੀ ਉਹ ਪਾਕਿਸਤਾਨ 'ਚ ਮੌਜੂਦ ਹੈ। ਸਾਡਾ ਮੱਕਾ ਮਦੀਨਾ ਪਾਕਿਸਤਾਨ 'ਚ ਹੈ। ਇਸ ਲਈ ਮੈਂ ਇਹ ਲੀਡ ਸੈਗਮੈਂਟ 'ਚ ਜੇ ਰਾਜ਼ਾ ਨੁਸਰਤ ਅਲੀ ਉਹਨਾਂ ਪ੍ਰੋਮੀਨੈਂਟ ਜਰਨਲਿਸਟ ਰਾਈਟਰਸ 'ਚੋਂ ਨੇ ਜਿਨ੍ਹਾਂ ਦੀ ਸਿੱਖ ਕੇਸ ਦੇ ਵਿੱਚ ਖਾਲਿਸਤਾਨ ਦੇ ਵਿੱਚ ਦਿਲਚਸਪੀ ਹੈ, ਸਾਡੇ ਨਾਲ ਵੀ ਉਹ ਰਾਬਤੇ 'ਚ ਰਹਿੰਦੇ ਨੇ। ਹਾਲਾਂ ਮੈਂ ਇਸ ਗੱਲ ਦੇ ਲਈ ਸ਼ਰਮਿੰਦਾ ਹੈ ਕਿ ਉਹ ਮੇਰਾ ਇੰਟਰਵਿਊ ਕਰਨਾ ਚਾਹੁੰਦੇ ਨੇ ਫॉर ਅ ਲੌਂਗ ਟਾਈਮ। ਉਹਨਾਂ ਦੀ ਰਿਕੁਐਸਟ ਵੀ ਸੀ, ਮੈਂ ਇਕਰਾਰ ਵੀ ਕੀਤਾ, ਬਟ ਕੋਈ ਇਸ ਕਿਸਮ ਦਾ ਵਕਤ ਬਣ ਨਹੀਂ ਪਾਇਆ ਹੈ। ਔਰ ਲੇਕਿਨ ਉਹਨਾਂ ਨੇ ਜੋ ਉਹਨਾਂ ਦੀ ਕਨਵਿਕਸ਼ਨ ਹੈ ਉਹਦੇ ਥੱਲੇ ਜਦੋਂ ਵੀ ਕੋਈ ਇਸ਼ੂ ਜਿਹਦੇ 'ਤੇ ਕੋਈ ਇੰਟਰਨੈਸ਼ਨਲ ਕੋਈ ਐਕਟੀਵਿਟੀ ਹੁੰਦੀ ਹੈ ਤੇ ਉਹਨਾਂ ਦਾ ਪਰਸਨਲ ਕਮੈਂਟ ਵੀ ਹੁੰਦਾ ਹੈ, ਉਹ ਪ੍ਰੋਗਰਾਮ ਨੂੰ ਵੀ ਦੇਖਦੇ ਨੇ, ਉਸ ਦੇ ਉੱਤੇ ਜਿਹੜੀ ਹੈ ਪੋਜ਼ਿਟਿਵ ਟਿੱਪਣੀ ਵੀ ਕਰਦੇ ਨੇ। ਔਰ ਉਹਨਾਂ ਦਾ ਇੱਕ ਆਰਟੀਕਲ ਜਿਹੜਾ ਹੈ ਉਹ ਬਹੁਤ ਸਾਰੀਆਂ ਪਬਲੀਕੇਸ਼ਨ, 2 ਪਬਲੀਕੇਸ਼ਨਸ ਦੇ ਤਾਂ ਲਿੰਕ ਵੀ ਮੈਂ ਦੇਖੇ ਨੇ, ਪ੍ਰਕਾਸ਼ਿਤ ਹੋਇਆ। ਇਹ ਜਿੱਥੇ ਇਸ ਗੱਲ ਨੂੰ ਸ਼ੋਅ ਕਰਦਾ ਹੈ ਵੀ ਸਾਡੇ 'ਚ ਵੀ ਇੱਕ ਤਬਕਾ ਜਿਹੜਾ ਕਈ ਵਾਰ ਨਿਰਾਸ਼ਤਾ ਦਾ ਸ਼ਿਕਾਰ ਹੁੰਦਾ ਹੈ ਜਾਂ ਕਈਆਂ ਨੂੰ ਸਿਰਫ ਆਪਣੀਆਂ ਖਾਮੀਆਂ ਹੀ ਨਜ਼ਰ ਆਉਂਦੀਆਂ ਨੇ। ਸੋ ਇਹ ਇੱਕ ਉਸ ਪਾਕਿਸਤਾਨੀ ਜਰਨਲਿਸਟ ਜਾਂ ਆਥਰ ਦੇ ਲੈਂਸ ਤੋਂ ਹੈ, ਉਹਨਾਂ ਦੀ ਤੱਕਣੀ ਤੋਂ ਹੈ, ਜਿਹੜੇ ਕਿਉਂਕਿ ਕਈ ਵਾਰ ਜਦੋਂ ਤੁਸੀਂ ਕਿਸੇ ਦਾ ਵਿੱਚ ਹਿੱਸਾ ਬਣੇ ਹੁੰਦੇ ਹੋ ਤੁਸੀਂ ਕਿਸੇ ਚੀਜ਼ ਬਾਰੇ ਸ਼ਾਇਦ ਉਨੀ ਚੰਗੀ ਤਰ੍ਹਾਂ ਨਹੀਂ ਸਮਝ ਪਾ ਰਹੇ ਹੁੰਦੇ ਜਾਂ ਤੁਸੀਂ ਉਸ ਦੇ ਹੀ ਜਿਹੜਾ ਆਲੇ ਦੁਆਲੇ ਪਲੱਸ ਮਾਈਨਸ ਗਿਣ ਰਹੇ ਹੁੰਦੇ ਹੋ, ਪਰ ਐਟ ਏ ਡਿਸਟੈਂਸ ਜਿਹੜੇ ਦੇਖ ਰਹੇ ਹੁੰਦੇ ਨੇ ਉਹਨਾਂ ਦੇ ਕੋਲ ਕਈ ਵਾਰ ਜ਼ਿਆਦਾ ਵਿਜ਼ਨ ਹੁੰਦਾ। ਸੋ ਉਹਨਾਂ ਨੇ, ਮੈਂ ਇਹਨੂੰ ਐਸਾ ਅੰਗਰੇਜ਼ੀ 'ਚ ਵੀ ਪੜ੍ਹਾਂਗਾ ਪਹਿਲਾਂ ਔਰ ਪੰਜਾਬੀ ਵੀ ਨਾਲ ਨਾਲ ਕਰਾਂਗਾ। ਹਾਲਾਂ ਮੈਂ ਸਿੱਧਾ ਪੰਜਾਬੀ ਵੀ ਕਰ ਸਕਦਾ, ਪਰ ਇਹਨਾਂ ਨੇ ਬੜੇ ਖੂਬਸੂਰਤ ਅੰਦਾਜ਼ 'ਚ ਇਹ ਸਾਰਾ ਕੇਸ ਬਿਲਟ ਹੀ ਨਹੀਂ ਕੀਤਾ। ਉਹਨਾਂ ਨੇ ਉਸ ਲੈਂਸ ਤੋਂ ਦੇਖਿਆ ਕਿ ਕਿਉਂ ਜਿਹੜਾ ਉਹਨਾਂ ਨੇ ਉਹ ਇਸ ਸਿੱਟੇ ਤੇ ਪਹੁੰਚੇ ਨੇ ਕਿ ਖਾਲਿਸਤਾਨ ਬਣ ਰਿਹਾ। ਉਹਨਾਂ ਨੇ ਕਿਹਾ ਕਿ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਾਡੀ ਤਾਰੀਫ ਤੇ ਲਫ਼ਜ਼ ਵੀ ਨੇ ਔਰ ਵੈਸੇ ਤਾਰੀਫ ਕਿਹਨੂੰ ਮਾੜੀ ਲੱਗਦੀ ਹੈ, ਸੋ ਉਹਦੇ ਨਾਲ ਵੀ ਅਸੀਂ ਜਸਟਿਸ ਕਰਾਂਗੇ ਜੋ ਉਹਨਾਂ ਦੀ ਆਬਜ਼ਰਵੇਸ਼ਨ। ਉਹਨਾਂ ਨੇ ਕਿਹਾ ਗਿਵਨ ਦਾ ਸਿੱਖ ਡਾਇਸਪੋਰਾਜ਼ ਐਕਟੀਵਿਟੀਜ਼ ਐਂਡ ਇਟਸ ਆਊਟਰੀਚ ਇਨ ਦਾ ਪਾਵਰ ਕੋਰੀਡੋਰਸ ਆਫ ਲੀਡਿੰਗ ਡੈਮੋਕ੍ਰੇਸੀਜ਼ ਆਫ ਦਾ ਵਰਲਡ it seems Khalistan is going to be on the agenda of international forums soon. The Sikhs have not only outdone the Hindu diaspora with wide range influence in the West, but also they have foiled the machinations of the Indian deep state. ਉਹਨਾਂ ਨੇ ਕਿਹਾ ਵੀ ਜਿਹੜੀਆਂ ਸਿੱਖ ਡਾਇਸਪੋਰਾ ਦੀਆਂ ਕਾਰਵਾਈਆਂ ਨੇ ਔਰ ਉਹਨਾਂ ਦੀ ਆਊਟਰੀਚ ਹੈ, ਪਹੁੰਚ ਹੈ ਲੀਡਿੰਗ ਡੈਮੋਕ੍ਰੇਸੀਜ਼ ਆਫ ਦਾ ਵਰਲਡ, ਦੁਨੀਆ ਦੇ ਜਮਹੂਰੀਅਤਾਂ ਦੇ ਪਾਵਰ ਦੇ ਕੋਰੀਡੋਰ ਦੇ ਵਿੱਚ, ਗਲਿਆਰਿਆਂ ਦੇ ਵਿੱਚ, ਇਸ ਤੋਂ ਇਹ ਨਜ਼ਰ ਆਉਂਦਾ ਕਿ ਇਸ ਵੇਲੇ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਿਹੜਾ ਹੈ ਖਾਲਿਸਤਾਨ ਉਹਨਾਂ ਦੇ ਰਾਡਾਰ ਦੇ ਉੱਤੇ ਹੈ, ਉਹਨਾਂ ਦੇ ਏਜੰਡੇ 'ਚ ਹੈ। ਔਰ ਇਸ ਮਾਮਲੇ 'ਚ ਸਿੱਖਾਂ ਨੇ ਜਿਹੜਾ ਹਿੰਦੂ ਡਾਇਸਪੋਰਾ ਹੈ ਜਿਨ੍ਹਾਂ ਦਾ ਬਹੁਤ ਵੱਡਾ ਇਨਫਲੂਐਂਸ ਸੀ ਵੈਸਟ, ਉਹਨਾਂ ਨੂੰ ਆਊਟਡਨ ਕੀਤਾ ਕਿ ਉਹਨਾਂ ਨੂੰ ਮਾਤ ਦਿੱਤੀ ਹੈ। ਔਰ ਈਵਨ ਇੰਡੀਅਨ ਡੀਪ ਸਟੇਟ ਉਹਨਾਂ ਦੀਆਂ ਏਜੰਸੀਆਂ ਦੀ ਨੂੰ ਵੀ ਚਿੱਤ ਕੀਤਾ। ਔਰ ਜ਼ਾਹਰ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਉਭਾਰਨ 'ਚ ਜਸਟਿਨ ਟਰੂਡੋ ਦਾ ਬਹੁਤ ਵੱਡਾ ਰੋਲ ਹੈ, ਪਰ ਇਸ ਨੇ ਗੇਮ ਪਲਟੀ ਹੈ। On various occasions and religious festivals, the echoes of tragedy of 1984 and Sikh genocide are shaping the international public opinion
ਇਨ ਫੇਵਰ ਆਫ ਦਾ ਸਿੱਖਸ ਕਿ ਇਹ ਜਦੋਂ ਅੱਡ ਅੱਡ ਧਾਰਮਿਕ ਸਮਾਗਮ ਹੁੰਦੇ ਨੇ ਔਰ ਦੂਸਰੇ ਮੌਕੇ ਹੁੰਦੇ ਨੇ 1984 ਦੇ ਇਹ ਦੁਖਾਂਤ ਘੱਲੂਘਾਰ ਹੈ ਔਰ ਸਿੱਖ ਨਸਲਕੁਸ਼ੀ ਇਹ ਸਾਰੇ ਮੁੱਦੇ ਜਿਹੜੇ ਨੇ ਸਿੱਖਾਂ ਦੇ ਹੱਕ ਦੇ ਵਿੱਚ ਜਿਵੇਂ ਉੱਠਦੇ ਨੇ ਉਹ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਨੂੰ ਪ੍ਰਭਾਵਿਤ ਕਰਦੇ ਨੇ although the Sikhs are very small minority of India but they are exceptionally endowed with the courage not to surrender their rights, deny accepting the Hindu dominance and stand against the coercion. In the West, their image is quite different from that of India and Pakistan. ਉਹਨਾਂ ਨੇ ਕਿਹਾ ਭਾਵੇਂ ਸਿੱਖ ਬਹੁਤ ਇੱਕ ਘੱਟ ਗਿਣਤੀ 'ਚ ਨੇ ਪਰ ਉਹਨਾਂ ਦੇ ਵਿੱਚ ਜਿਹੜੀ ਇੱਕ ਐਕਸੈਪਸ਼ਨਲ ਕੁਆਲਿਟੀ ਹੈ ਜਿਹੜਾ ਹੌਸਲਾ ਹੈ ਔਰ ਆਪਣੇ ਹੱਕਾਂ ਲਈ ਖਲੋਣਾ ਹੈ ਔਰ ਕਿਸੇ ਅੱਗੇ ਜਿਹੜਾ ਝੁਕਣਾ ਨਹੀਂ ਹੈ ਔਰ ਉਹਨਾਂ ਨੇ ਜਿਵੇਂ ਹਿੰਦੂ ਡੋਮੀਨੈਂਸ ਨੂੰ ਚੈਲੰਜ ਕੀਤਾ ਹੈ ਉਹਨਾਂ ਦੇ ਦਬਾਅ ਔਰ ਜ਼ੁਲਮ ਦੇ ਸਾਹਮਣੇ ਉਹਨਾਂ ਨੇ ਸਿੱਖਾਂ ਦਾ ਇਮੇਜ ਪੱਛਮੀ ਦੁਨੀਆ ਦੇ ਵਿੱਚ ਡਿਫਰੈਂਟ ਬਣਾਇਆ ਹੈ ਜਿਹੋ ਜਿਹਾ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਉਸ ਨਾਲੋਂ ਬਿਲਕੁਲ ਅੱਡ ਦੇ ਆਰ ਸਿਵਲਾਈਜ਼ਡ law abiding and role model political activists in conformity with their special appearance, bearded and turbaned. Their pro-Khalistan activities abroad are not only instilling hope and strength in their own community in Indian Punjab, but also heartening the Kashmiri and Indian Muslims and other suppressed minorities of India to rise against the oppression. ਉਹਨੇ ਕਿਹਾ ਕਿ ਵੀ ਉਹਨਾਂ ਦਾ ਜਿਹੜਾ ਇਮੇਜ ਹੈ ਉਹ ਵੱਖਰਾ ਹੈ ਵੈਸਟ ਦੇ ਵਿੱਚ ਉਹ ਬਹੁਤ ਸਿਵਲਾਈਜ਼ਡ ਨੇ ਕਾਨੂੰਨ ਨੂੰ ਮੰਨਣ ਵਾਲੇ ਨੇ ਔਰ ਉਹਨਾਂ ਦਾ ਇੱਕ ਜਿਹੜਾ ਮਾਡਲ ਪੋਲੀਟੀਕਲ ਐਕਟਿਵਿਸਟ ਦੇ ਤੌਰ ਦੇ ਉੱਤੇ ਉਹਨਾਂ ਨੇ ਆਪਣੀ ਵੱਖਰੀ ਹੋਂਦ ਦਸਤਾਰ ਔਰ ਦਾੜੀਆਂ ਨੂੰ ਵੀ ਕਾਇਮ ਰੱਖਿਆ ਹੋਇਆ ਹੈ ਉਹ ਜਿਹੜੀਆਂ ਨੇ ਉਹਨਾਂ ਦੀਆਂ ਜਿਹੜੀ ਖਾਸ ਤੌਰ 'ਤੇ ਬਾਹਰ ਪ੍ਰੋ ਖਾਲਿਸਤਾਨ ਐਕਟੀਵਿਟੀਜ਼ ਨੇ ਇਹ ਸਿਰਫ ਉਹਨਾਂ ਦੀ ਕਮਿਊਨਿਟੀ ਲਈ ਜਿਹੜੀ ਪੰਜਾਬ 'ਚ ਹੈ ਉਹਦੇ ਲਈ ਇੱਕ ਹੌਸਲਾ ਹੀ ਨਹੀਂ ਹੈ ਬਲਕਿ ਇਹ ਕਸ਼ਮੀਰੀ ਔਰ ਭਾਰਤੀ ਮੁਸਲਮਾਨ ਜਿਹੜੇ ਦੂਸਰੇ ਭਾਰਤੀ ਹਿੰਦੂਤਵੀਆਂ ਦੇ ਜ਼ੁਲਮ ਦਾ ਸ਼ਿਕਾਰ ਘੱਟ ਗਿਣਤੀਆਂ ਨੇ ਉਹਨਾਂ ਨੂੰ ਵੀ ਹੌਸਲਾ ਦਿੰਦੇ ਨੇ The Sikh diaspora's protest rallies have uncovered the Indian real face to a greater extent and invigorate the Sikhs of Punjab who are constrained to be reticent because of the fear of severe reaction of the Indian security agencies. ਕਿ ਜਿਹੜੀ ਸਿੱਖ ਡਾਇਸਪੋਰਾ ਦੇ ਬਾਹਰ ਪ੍ਰੋਟੈਸਟ ਰੈਲੀਜ਼ ਨੇ ਉਹਨੇ ਭਾਰਤ ਦੇ ਜਿਹੜੇ ਅਸਲੀ ਚਿਹਰੇ ਨੂੰ ਬੇਨਕਾਬ ਕੀਤਾ ਹੈ ਉਹਨਾਂ ਦੀਆਂ ਸੁਰੱਖਿਆ ਦਸਤਿਆਂ ਨੂੰ ਵੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਉਹ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਉਸ ਤਰ੍ਹਾਂ ਸਿਕਿਉਰਿਟੀ ਉਹਨਾਂ ਦੇ ਦਸਤਿਆਂ ਦੇ ਜ਼ੁਲਮਾਂ ਕਰਕੇ ਔਰ ਫਿਰ ਉਹਨਾਂ ਨੇ ਜਿਹੜਾ ਖਾਸ ਟ੍ਰਿਬਿਊਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਟਸ ਆਲਸੋ ਮੇਕਿੰਗ the best use of its sole weapons TV84 and Satluj TV to give vent to the agonies the Sikhs are suffering under the tyrannical Hindu rule and provide very appropriate and effective feedbacks to its community. ਕਿ ਬਾਹਰਲੇ ਸਿੱਖਾਂ ਨੇ TV84 ਔਰ ਸਤਲੁਜ TV ਰਾਹੀਂ ਉਹਨਾਂ ਦਾ ਬੈਸਟ ਯੂਜ਼ ਜਿਹੜਾ ਕੀਤਾ ਜਿੱਥੇ ਉਹ ਸਿੱਖਾਂ ਦੀ ਸਫਰਿੰਗ ਦੁਖਾਂਤ ਨੂੰ ਹਾਈਲਾਈਟ ਕਰਦੇ ਨੇ ਹਿੰਦੂਆਂ ਦੇ ਟਿਰਨੀ ਵਾਲਾ ਜਿਹੜਾ ਜ਼ੁਲਮ ਵਾਲਾ ਰੂਲ ਹੈ ਔਰ ਇਹ ਕਮਿਊਨਿਟੀ ਨੂੰ ਵੀ ਇਸ ਚੋਂ ਜਿਹੜੀ ਹੈ ਐਪਰੋਪਰੀਏਟ ਫੀਡਬੈਕ ਮਿਲਦੀ ਹੈ although the Sikh diaspora doesn't receive any financial support from any country and is struggling for freedom on self-help basis, however, the community is lucky to have very sane minds in its ranks like Dr. Amarjit Singh, who is ideologically very consistent, eloquent and conscious and has made TV84 as mainstream TV channel of the world because of his effective commentaries on current affairs more relevant to the Sikh cause. So, ਬਹੁਤ ਬਹੁਤ ਸ਼ੁਕਰੀਆ ਰਾਜਾ ਨੁਸਰਤ ਅਲੀ ਜੀ ਜੋ ਤੁਸੀਂ ਸਾਡੇ ਬਾਰੇ ਸੋਚਦੇ ਹੋ ਅਸੀਂ ਤਾਂ ਜਾਗਤੇ ਰਹੋ ਕਹਿਣ ਵਾਲਾ ਹੀ ਪਰ ਉਹਨਾਂ ਨੇ TV84 ਨੂੰ ਵਰਲਡ ਕਲਾਸ TV ਚੈਨਲ ਦੇ ਨਾਲ ਜੋੜਿਆ ਕਿ ਭਾਈ ਇਹ ਜਿਹੜੀ ਆਵਾਜ਼ ਹੈ ਇਕੱਲੀ ਇਹੀ ਆਵਾਜ਼ ਨਹੀਂ ਹੈ ਇਸ ਦੇ ਉੱਤੇ ਜਿਹੜੀਆਂ ਨੇ ਕਰੰਟ ਅਫੇਅਰਸ ਜਿਹੜੀਆਂ ਉਸ ਦੇ ਉੱਤੇ ਵੀ ਜਿਹੜੀ ਟਿੱਪਣੀਆਂ ਉਹ ਵਰਲਡ ਕਲਾਸ ਹੈ ਆਲਸੋ ਹਿਜ਼ ਨੌਲੇਜ ਬੇਸਡ ਪਾਵਰਫੁਲ ਸਪੀਚਸ ਔਨ ਡਿਫਰੈਂਟ ਫੋਰਮਸ are heard by the audience with great interest and curiosity. He presents the Sikh community as religiously tolerant,
accommodative and capable to add to regional and international peace if freed। ਕਿ ਵੀ ਸਾਡੀ ਜਿਹੜੀ ਪਹੁੰਚ ਹੈ ਉਹ ਉਦਾਰਵਾਦੀ ਹੈ, ਉਸ ਦੇ ਥੱਲੇ ਅਸੀਂ ਸਿੱਖ ਧਰਮ ਨੂੰ ਜਾਂ ਖਾਲਿਸਤਾਨ ਸਟੇਟ ਨੂੰ ਧਾਰਮਿਕ ਤੌਰ 'ਤੇ ਟੋਲਰੈਂਟ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਔਰ ਇੰਟਰਨੈਸ਼ਨਲ ਪੀਸ ਦੀ ਜ਼ਾਮਨ ਦੇ ਤੌਰ 'ਤੇ ਜਿਹੜਾ ਉਹ ਪ੍ਰੈਜ਼ੈਂਟ ਕਰਦੇ। ਸੋ ਉਹਨਾਂ ਨੇ ਇਨਫੈਕਟ the Khalistan movement is based on very strong footings and the grievances of the Sikhs against the Hindu elite are very genuine and agonizing। कि खालिस्तान ਦੀ ਮੂਵਮੈਂਟ ਬੜੀ ਫਰਮ ਸਟਰੋਂਗ ਫੁਟਿੰਗ ਦੇ ਉੱਤੇ, ਬੜੇ ਮਜ਼ਬੂਤ ਠੋਸ ਆਧਾਰ ਦੇ ਉੱਤੇ ਖੜੀ ਹੈ ਜੀ, ਕਿਉਂਕਿ ਜਿਹੜੇ ਸਿੱਖਾਂ ਦੇ ਦੀਆਂ ਗ੍ਰੀਵੈਂਸਿਸ ਨੇ, ਸ਼ਿਕਾਇਤਾਂ ਨੇ, ਉਹਨਾਂ ਦੇ ਉੱਤੇ ਹੋਏ ਜ਼ੁਲਮ ਨੇ ਹਿੰਦੂ ਐਲੀਟ ਵੱਲੋਂ, ਉਹ ਬੜੇ ਜੈਨੂਨ ਨੇ ਔਰ ਉਹ ਬੜੇ ਤਕਲੀਫਦੇਹ ਵੀ ਨੇ ਕਿਉਂਕਿ ਜਿਸ ਚੋਂ ਸਿੱਖ ਗੁਜ਼ਰੇ ਨੇ। Most of the leading Sikh scholars are not reluctant to admit that Sikh leadership's decision to accede to India in 1947 was not correct, and turning down Quaid-e-Azam Muhammad Ali Jinnah's offer to live in Pakistan on their terms without the division of Punjab was also the wrong decision। The leadership was beguiled and betrayed by Hindu supremacists। Not only the Sikhs were not given their due rights after the partition in 1947, but also they suffered from problems like Sikh identity, language, and control of resources। Jarnail Singh Bhindranwale's demand for autonomy was so repugnant to the Hindu elite that he didn't take long to decide to eliminate Bhindranwale permanently। So ਉਹਦੇ 'ਚ ਇਹਨਾਂ ਨੇ 1947 ਦੌਰ ਦੀ ਸਿੱਖ ਲੀਡਰਸ਼ਿਪ ਦੀ ਅਹਿਮਕਾਨਾ ਪਹੁੰਚ ਦੀ ਗੱਲ ਕੀਤੀ ਹੈ ਕਿ ਅੱਜ ਬਹੁਤ ਸਾਰੇ ਸਿੱਖ ਇਸ ਗੱਲ ਨਾਲ ਸਹਿਮਤ ਨੇ ਸਿੱਖ ਲੀਡਰਸ਼ਿਪ ਕਿ ਭਾਈ ਉਹ ਬੜੀ ਵੱਡੀ ਗਲਤੀ ਸੀ। ਔਰ ਈਵਨ ਜਿਵੇਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖਾਂ ਨੂੰ ਆਪਣੀ ਟਰਮਸ ਦੇ ਉੱਤੇ ਪਾਕਿਸਤਾਨ 'ਚ ਰਹਿਣ ਦਾ ਜਿਹੜਾ ਹੈ ਉਹ ਆਫਰ ਕੀਤੀ ਸੀ, ਉਹਨੂੰ ਵੀ ਠੁਕਰਾ ਦਿੱਤਾ ਉਹਨਾਂ ਨੇ। ਔਰ ਨਤੀਜੇ ਦੇ ਤੌਰ 'ਤੇ ਜੋ 47 ਦਾ ਦੁਖਾਂਤ ਤਾਂ ਨਿਕਲਿਆ ਹੀ ਨਿਕਲਿਆ, ਪਰ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਸਿੱਖ ਹਿੰਦੂਆਂ ਦੀ ਗੁਲਾਮੀ 'ਚ ਆਏ। ਔਰ ਉਹਨਾਂ ਨੇ ਕਿਹਾ ਕਿ ਫਿਰ ਸਿੱਖਾਂ ਨੇ ਜੋ ਕੁਝ ਫੇਸ ਕੀਤਾ ਉਹ ਆਪਣੀ ਸ਼ਨਾਖਤ, ਆਪਣੀ ਜ਼ਬਾਨ ਅਤੇ ਆਪਣੇ ਸਾਧਨ, ਕੁਦਰਤੀ ਸਾਧਨ ਵਾਟਰ, ਉਸ ਦੇ ਲਈ ਸਟਰਗਲ। ਔਰ ਜੇ ਖੁਦ ਮੁਖਤਾਰੀ ਦੀ ਮੰਗ, ਅੰਦਰੂਨੀ ਖੁਦ ਮੁਖਤਾਰੀ ਦੀ ਸੰਤ ਪਿੰਡਾਂ ਵਾਲਿਆਂ ਨੇ ਕੀਤੀ ਤੇ ਹਿੰਦੂ ਇੰਨੇ ਭੂਤਰੇ ਹੋਏ ਸੀ ਕਿ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਵਾਲਿਆਂ ਨੂੰ ਐਲੀਮੀਨੇਟ ਕਰ ਦਿੱਤਾ ਪੱਕੇ ਤੌਰ ਦੇ ਉੱਤੇ। Two major reasons seem to lead the Indian authorities to attack the Golden Temple। Firstly, Jarnail Singh Bhindranwale was uncompromising and popular, and his dynamic leadership could endanger the Indian Union। Secondly, not less important was the Bhindranwale's companionship with ex-Major General Shahbeg Singh, which had scared the Indian authorities because the military veteran could well manage the Sikh militancy। ਕਿ ਦੋ ਰੀਜ਼ਨ ਉਹਨਾਂ ਦੇ ਲਈ, ਇੱਕ ਤਾਂ ਇਹ ਸੀ ਕਿ ਜੇ ਪਿੰਡਾਂ ਵਾਲੇ ਉਹ ਕਿਸੇ ਨਾਲ ਜਿਹੜੇ ਝੁਕਣ ਵਾਲੇ ਨਹੀਂ ਸੀ, ਉਹ ਸਮਝੌਤਾ ਉਹਨਾਂ ਨੇ ਨਹੀਂ ਸੀ ਕਰਨਾ, ਵਿਕਣਾ ਨਹੀਂ ਸੀ ਕਹਿਣਾ, ਉਹ ਇਹ ਚਾਹੁੰਦੇ ਨੇ, ਉਹਨਾਂ ਦੀ ਡਾਇਨਾਮਿਕ ਲੀਡਰਸ਼ਿਪ ਸੀ। ਔਰ ਦੂਸਰਾ, ਜਿਸ ਕਦਰ ਜਨਰਲ ਸੁਬੇਗ ਸਿੰਘ, ਕਿਉਂਕਿ ਉੱਥੇ ਬਹੁਤੀ ਪਾਕਿਸਤਾਨ 'ਚ ਸ਼ਾਹ ਬੇਗ ਹੀ ਕਹਿੰਦੇ ਨੇ, ਅਸੀਂ ਇੱਧਰ ਜਨਰਲ ਸੁਬੇਗ ਸਿੰਘ, ਕਿ ਉਹਨਾਂ ਦੇ ਨਾਲ ਉਹਨਾਂ ਦਾ ਮਿੱਤਰਾਨਾ। ਔਰ ਇਸ ਤੋਂ ਵੀ ਭਾਰਤੀ ਅਥਾਰਟੀਜ਼ ਘਬਰਾਉਂਦੀਆਂ ਸੀ ਕਿ ਇਹ ਜਿਹੜਾ ਫੌਜੀ ਜਰਨਲ ਹੈ ਇਹ ਸਿੱਖ ਮਿਲੀਟੈਂਸੀ ਨੂੰ ਬਹੁਤ ਚੰਗੀ ਤਰ੍ਹਾਂ ਜਿਹੜਾ ਉਹ ਇਸਤੇਮਾਲ ਕਰ ਸਕਦਾ ਹੈ ਆਪਣੇ ਹੱਕਾਂ ਦੇ ਲਈ। Some basic facts about India and about the mindset of Hindu elites are essential to understand for the leadership of any separatist or human rights movement in India। The first is that India has never been an ideologically bonded country, but the Hindus claim that Hindustan is for Hindus is an open secret। This very assertion of inborn thought of Hindus is very root cause of vindictive atmosphere in India, and naturally it generates the sense of alienation and subjugation in the non-Hindu communities। Unfortunately, the Hindu elite is benefiting politically out of the situation of religious bias and hate, and has always been prone to dominate other religious minorities instead of finding out ways for peaceful coexistence with them। The Hindus did not realize
this low point on his part even after the partition of India based on two-nation theory in 1947. ਉਹਨਾਂ ਨੇ ਇਹ ਹਿੰਦੂ ਸਾਈਕੀ ਦਾ ਦਿੱਤਾ ਹੈ ਕਿ ਵੀ ਪਹਿਲੀ ਗੱਲ ਉਹ ਇਹ ਬਿਲੀਵ ਕਰਦੇ ਨੇ ਔਰ ਇਸ ਨੂੰ ਪ੍ਰਚਾਰਦੇ ਨੇ ਕਿ ਜੀ ਅਸੀਂ ਜਿਹੜਾ ਇੱਕ ਮੁਲਕ ਦੇ ਤੌਰ ਦੇ ਉੱਤੇ ਹਿੰਦੁਸਤਾਨ ਜਿਹੜਾ ਹੈ ਇਹ ਹਿੰਦੂਆਂ ਦੇ ਲਈ ਹੈ। ਔਰ ਲੇਕਿਨ ਹਕੀਕਤ ਇਹ ਹੈ ਕਿ ਆਈਡੀਓਲੋਜੀਕਲੀ ਤਾਂ ਕੋਈ ਚੀਜ਼ ਵਿਚਾਰਧਾਰਕ ਜਾਂ ਨੁਕਤਾ ਕਿਸੇ ਵੀ ਜਿਸ ਦੇ ਲਈ ਤੁਸੀਂ ਕਹਿੰਦੇ ਹੋ ਨਜ਼ਰੀਏ ਦੇ ਐਂਗਲ ਤੋਂ ਤਾਂ ਉਹ ਆਪਸ ਦੇ ਵਿੱਚ ਬੱਝੇ ਹੋਏ ਨਹੀਂ ਨੇ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਇਹ ਗਲਤ ਗੱਲ ਵੀ ਵੜੀ ਹੋਈ ਹੈ ਔਰ ਇਸ ਲਈ ਉਹ ਬਦਲਾ ਲਊ ਭਾਵਨਾ ਰੱਖਦੇ ਨੇ ਜਿਹੜਾ ਵੀ ਇਸ ਦੇ ਖਿਲਾਫ ਆਵਾਜ਼ ਚੁੱਕਦਾ ਹੈ। ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਆਲਰੇਡੀ ਉਹਨਾਂ ਦੇ ਇਸ ਨਜ਼ਰੀਏ ਕਰਕੇ ਹੀ 1947 ਦੇ ਵਿੱਚ ਮੁਲਕ ਦੀ ਵੰਡ ਹੋਈ, ਪਾਕਿਸਤਾਨ ਹੋਣ ਦੇ ਵਿੱਚ ਆਇਆ। ਪਰ ਹਿੰਦੂ ਮੈਜੋਰਿਟੀ ਐਂਡ ਦਾ ਯੂਨਾਈਟਿਡ ਇੰਡੀਆ ਟੂ ਨੈਚੁਰਲ ਐਡਵਾਂਟੇਜਸ which cater to the haughty ambition of Hindu imperialists to subjugate the non-Hindu communities and promote Hindutva within India and boast important for Hindu elite and he can do anything to maintain them. कि भी ये जड़ा हाँ within India and boast of its being the largest democracy of the world and dream to be the veto power. ਹੁਣ ਉਹ ਜਿਹੜੇ ਇਹ ਗਲਤ ਜਿਹੜੇ ਉਹਨਾਂ ਨੇ ਧਾਰਨਾਵਾਂ ਆਪਣੇ ਮਨ 'ਚ ਬਣਾਈਆਂ ਹੋਈਆਂ ਨੇ ਉਸ 'ਚੋਂ ਇਹ ਕੱਢਦੇ ਨੇ ਕਿ ਭਾਈ ਇੱਕ ਤਾਂ ਉਹ ਨੌਨ ਹਿੰਦੂਆਂ ਨੂੰ ਸੁਪਰੈਸ ਕਰਦੇ ਨੇ, ਹਿੰਦੂਤਵਾ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੇ ਨੇ ਔਰ ਇਹ ਸਾਰਿਆਂ ਨੂੰ ਫਿਰ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿ ਕੇ ਔਰ ਇਹ ਸਮਝ ਕੇ ਕਿ ਵੀ ਉਹਨਾਂ ਦੇ ਕੋਲ ਵੀਟੋ ਪਾਵਰ ਵੀ ਆਏਗੀ ਇੱਕ ਦਿਨ, ਉਹ ਬਿਹੇਵ ਕਰਦੇ ਨੇ। ਜੀ That is why the said two factors are very important for the Hindu elite and he can do anything to maintain them. The Operation Blue Star is very highlighted force in India, a very highlighted example of Hindu sensitivity for the integrity of Indian Union. The fact is that democracy and secularism are just force in India and do not conform to the Hindutva ideology. उन्होंने कहा भी ये हिंदुत्वी इस ਆਪਣੇ ਕਾਨਸੈਪਟ ਨੂੰ ਕਿ ਹਿੰਦੂ ਲੈਂਡ ਹੈ ਔਰ ਉਹਨੂੰ ਕੋਈ ਚੈਲੰਜ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਪਿੰਡਾਂ ਵਾਲੇ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਸੀ, ਉਹਨਾਂ ਦੇ ਲਈ ਇਹ ਬਹੁਤ ਵੱਡੀ ਸੈਂਸਿਟਿਵਿਟੀ ਦੀ ਗੱਲ ਸੀ ਔਰ ਉਹਨਾਂ ਨੇ ਇਸੇ ਲਈ ਜਿਹੜਾ ਹੈ the fact is that democracy and secularism are just force in India. ਇਹ ਐਵੇਂ ਇੱਕ ਟਕਵੰਜ ਨੇ, ਰਿਐਲਿਟੀ ਦੇ ਵਿੱਚ ਹਿੰਦੂਤਵਾ ਦੀ ਆਈਡੀਓਲੋਜੀ ਨਾਲ ਨਾ ਸੈਕੂਲਰਿਜ਼ਮ ਮੇਲ ਖਾਂਦਾ ਹੈ ਤੇ ਨਾ ਜਮਹੂਰੀਅਤ ਮੇਲ ਖਾਂਦੀ ਹੈ, ਉਹ ਤਾਂ ਬੇਸ ਹੀ ਵਰਨ ਆਸ਼ਰਮ ਕਾਸਟ ਸਿਸਟਮ ਦੇ ਉੱਤੇ। ਅੱਛਾ A large number of Indian ground forces are busy in suppressing the separatist and rights movements. The irony is that the ground forces comprise of the lower classes of the Indian society, including the Muslims and the Sikhs under the Hindu command, and are forced to oppress their own communities. The excessive suicidal deaths of military personnel in India speak of terrible psychological situation they are undergoing in the line of their duties. The discriminatory treatment and discrimination laws against the Muslims are meant to disable them socially, politically and economically so that they are never a challenge to Hindu majority in India. The Sikhs are not challenged to the Hindu majority, but they are believed to be dangerous for the Indian Union. ਹੁਣ ਇਹਦੇ 'ਚ ਜਿਹੜਾ ਫੈਕਟਰ ਰਾਜਾ ਨੁਸਰਤ ਅਲੀ ਜੀ ਨੇ ਡਰਾ ਕੀਤਾ ਹੈ ਔਰ ਇਹ ਕਦੇ ਫਿਗਰਸ ਬਹੁਤੀਆਂ ਸਾਹਮਣੇ ਨਹੀਂ ਆਉਂਦੀਆਂ, ਬਹੁਤ ਵਾਰ ਕਸ਼ਮੀਰ ਦੇ ਹਵਾਲੇ ਨਾਲ, ਮਨੀਪੁਰ ਦੇ ਜਾਂ ਨਾਗਾਲੈਂਡ ਜਾਂ ਦੂਸਰੇ ਵੀ ਫੌਜੀ ਭਾਰਤ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ 'ਚ ਮਾਈਨੋਰਿਟੀ ਵਾਲੇ ਜਾਂ ਈਵਨ ਲੋ ਕਾਸਟ ਜਿਨ੍ਹਾਂ ਨੂੰ ਅਛੂਤ ਬਣਾਇਆ ਉਹ ਸੁਸਾਈਡ ਕਰਦੇ ਨੇ। ਇਹ ਫੈਕਟਰ ਬਹੁਤ ਕਿ ਵੀ ਇੱਕ ਤਾਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆਪਣੇ ਲੋਕਾਂ ਨੂੰ ਹੀ ਦਬਾਉਣ ਦੇ ਲਈ, ਜਿਸ ਪ੍ਰੈਸ਼ਰ ਥੱਲੇ ਉਹ ਜਿਉਂਦੇ ਨੇ, ਇੱਕ ਪਾਸੇ ਰੋਟੀ ਰੋਜ਼ੀ ਦਾ ਮਾਮਲਾ ਵੀ ਹੁੰਦਾ ਕਿ ਉਹ ਆਤਮਘਾਤ ਕਰਨ ਵੱਲ ਤੁਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਆਲਰੇਡੀ ਉਹਨਾਂ ਹੀ ਸਿੱਖਾਂ ਔਰ ਮੁਸਲਮਾਨਾਂ ਔਰ ਲੋਅਰ ਕਾਸਟ ਨੂੰ ਆਪਣੇ ਲੋਕਾਂ ਦੇ ਖਿਲਾਫ ਹੀ ਉਹਨਾਂ ਨੂੰ ਦਬਾਉਣ ਦੇ ਲਈ ਵਰਤਦੇ ਨੇ, ਇਸ ਲਈ ਉਹ ਸਾਈਕੋਲੋਜੀਕਲ ਪ੍ਰੈਸ਼ਰ 'ਚੋਂ ਵੀ ਨਿਕਲਦੇ ਨੇ। ਭਾਵੇਂ ਸਿੱਖ ਜਿਹੜੇ ਨੇ ਉਹ ਕੋਈ ਹਿੰਦੂ ਮੈਜੋਰਿਟੀ ਨੂੰ 2% ਕਿੰਨਾ ਕੁ ਚੈਲੰਜ ਹੋਣਗੇ, ਪਰ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਵੀ ਸਿੱਖ ਖਰੋਣ ਵਾਲਾ ਹੈ, ਲੜਨ ਵਾਲਾ ਹੈ ਤੇ ਇੰਡੀਅਨ ਯੂਨੀਅਨ ਨੂੰ ਇਹ ਵੱਡਾ ਚੈਲੰਜ ਨੇ। ਦਾ ਗਿਲਟੀ ਕੌਨਸ਼ੀਅੰਸ ਆਫ ਦਾ ਹਿੰਦੂ ਰੂਲਿੰਗ ਐਲੀਟ with respect
to the desecration of Golden Temple and Sikh genocide, the revenge history of the Sikhs, and activism of the Sikh diaspora trigger the Indian authorities not to trust the loyalty of the Sikhs. ਸਿੱਖਾਂ ਦਾ ਇਤਿਹਾਸ, ਉਹਨਾਂ ਦੀ ਬਦਲਾਖੋਰੀ ਦੀ ਭਾਵਨਾ ਔਰ ਜਿਹੜਾ ਡਾਇਸਪੋਰਾ ਦਾ ਇਸ ਵੇਲੇ ਐਕਟਿਵਿਜ਼ਮ ਹੈ, ਉਹ ਉਹਨਾਂ ਨੂੰ ਇੰਡੀਅਨ ਅਥਾਰਟੀਜ਼ ਨੂੰ ਸਿੱਖਾਂ 'ਤੇ ਕਦੇ ਵੀ ਯਕੀਨ ਜਾਂ ਉਹਨਾਂ ਦੀ ਵਫਾਦਾਰੀ ਦੇ ਉੱਤੇ ਉਹ ਯਕੀਨ ਨਹੀਂ ਕਰਦੇ। The Indian deep state is working day in and day out to neutralize the Khalistan movement through different covert methods. Apparently, to Indian security agencies, the elimination of the effective and dynamic Sikh leadership, like that of Pindramwale, is the best game plan to avert the repeat of 1984 tragedy or not to take upon itself the blame of Sikh genocide. Deep Sidhu and Sidhu Musewala met their tragic end due to their open attachment with the Sikh cause. Both were popular, visionary and promising leaders. Jailed Amritpal Singh is an elected member of Lok Sabha and is under trial for raising voice for the Sikh identity. ਇਹ ਸਾਨੂੰ ਆਪਣੇ ਲਿਖਾਰੀਆਂ ਚੋਂ ਵੀ ਇਸ ਐਂਗਲ ਨੂੰ ਸਮਝਣ ਵਾਲੇ ਨਹੀਂ ਮਿਲਣਗੇ ਕਿ ਪਿੰਡਾਂ ਵਾਲਿਆਂ ਤੋਂ ਬਾਅਦ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਜਿਹੜੇ ਨੌਜਵਾਨੀ ਦੀ ਇਮੈਜੀਨੇਸ਼ਨ ਨੂੰ ਕੈਪਚਰ ਕਰ ਰਹੇ ਸੀ, ਨਾ ਵਿਕਣ ਵਾਲੇ ਸੀ, ਉਹਨਾਂ ਨੇ ਕਿਹਾ ਵੀ ਬਜਾਏ ਸਾਨੂੰ ਜੈਨੋਸਾਈਡ ਕਰਨਾ ਪਏ ਬਾਅਦ 'ਚ ਤੇ ਉਹਦਾ ਬਲੇਮ ਆਏ, ਨਾ ਰਹੇ ਬਾਂਸ ਨਾ ਵਜੇ ਬੰਸਰੀ, ਉਹਨਾਂ ਨੂੰ ਵੀ ਐਲੀਮੀਨੇਟ ਕੀਤਾ। ਔਰ ਅਮਰਪਾਲ ਸਿੰਘ ਜਿਹੜਾ ਇਲੈਕਟਡ ਐਮਪੀ ਹੈ ਉਹਨੂੰ ਉਹਨਾਂ ਨੇ 2200 ਕਿਲੋਮੀਟਰ ਦੂਰ ਜਿਹੜਾ ਹੈ ਉਹ ਰੱਖਿਆ ਹੋਇਆ ਔਰ ਝੂਠੇ ਕੇਸਾਂ ਦੇ ਵਿੱਚ ਉਲਝਾਇਆ ਹੋਇਆ। ਬਿਲਕੁਲ। India is notorious for the transnational killings and plans to kill the Sikh leadership and Kashmiri freedom fighters. In the light of above lines, one can well sense that for the Hindu elite, the integrity of Indian Union is far dearer than the lives and rights of the non-Hindu communities in India. But the fact is that further division of India can only be averted by granting equal rights to all non-Hindu communities and thereby winning their loyalties. ਕਿ ਵੀ ਇਹ ਉੱਥੇ ਜੋ ਉਹਨਾਂ ਨੇ ਦੀਪ ਸਿੱਧੂ, ਸਿੱਧੂ ਮੂਸੇਵਾਲਾ ਦੇ ਨਾਲ ਕੀਤਾ ਜਾਂ ਅਮਰਤਪਾਲ ਸਿੰਘ ਨੂੰ ਜੇਲ੍ਹ ਕੀਤਾ, ਬਾਹਰ ਉਹਨਾਂ ਨੇ ਇਸ ਆਵਾਜ਼ ਨੂੰ ਦਬਾਉਣ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਹੈ ਉਹ ਸਹਾਰਾ ਲਿਆ। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਉਹਨਾਂ ਦੇ ਲਈ ਜੇ ਉਹ ਸਮਝਦੇ ਨੇ ਕਿ ਫਰਦਰ ਇੰਡੀਆ ਦੀ ਡਿਵੀਜ਼ਨ ਨਾ ਹੋਏ ਤਾਂ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਬਰਾਬਰ ਦੇ ਹੱਕ ਦੇਣੇ, ਇਹ ਸਭ ਤੋਂ ਅਹਿਮੀਅਤ ਵਾਲੀ ਗੱਲ ਹੈ। However, the Hindu psyche is opposed to it and the Hindu elite is not inclined to grant civil liberties to non-Hindus and treat them equally. His major focus is to strengthen and empower the Hindu majority in all respects to keep intact the present Indian Union and to make India a Hindu state rather than a secular. ਪਰ ਕਿਉਂਕਿ ਜਿਹੜੀ ਹਿੰਦੂ ਮਾਨਸਿਕਤਾ ਹੈ ਉਹ ਇਸ ਦੇ ਬਿਲਕੁਲ ਵਿਰੁੱਧ ਹੈ। ਉਹ ਕਦੇ ਵੀ ਸਿਵਲ ਲਿਬਰਟੀਜ਼ ਨਾਨ ਹਿੰਦੂਜ਼ ਨੂੰ ਨਹੀਂ ਦੇਣਗੇ, ਬਰਾਬਰ ਦਾ ਕਦੇ ਸਲੂਕ ਕਰ ਨਹੀਂ ਸਕਦੇ। ਉਹਨਾਂ ਦਾ ਸਭ ਤੋਂ ਜਿਹੜਾ ਪਾਵਰਫੁਲ ਹੈ ਤਰੀਕਾ ਹੈ ਕਿ ਹਿੰਦੂ ਮੈਜੋਰਿਟੀ ਨੂੰ ਇੰਨਾ ਤਾਕਤਵਰ ਕਰੋ ਔਰ ਉਹਨੂੰ ਇੰਟੈਕਟ ਰੱਖੋ ਤਾਂ ਕਿ ਜਿਹੜੀ ਪ੍ਰੈਜ਼ੈਂਟ ਇੰਡੀਅਨ ਯੂਨੀਅਨ ਹੈ ਇਹ ਅਲਟੀਮੇਟਲੀ ਹਿੰਦੂ ਸਟੇਟ ਬਣੇ, ਨਾ ਕਿ ਇੱਕ ਸੈਕੂਲਰ ਸਟੇਟ। ਬਿਲਕੁਲ। The world connives with India for trade and other interests. However, the Hinduism is opposed to democracy and the international standards of human rights because of caste system and idol worshipping. Moreover, the importance of cow and its excretion for Hindus is sure to have social implications, and certainly it impacts the coexistence of the Hindus with other religious minorities negatively, especially with the Muslims. Had there not been the Hindu majoritarian rule in India, a believer of Hinduism would not have comforted with his core beliefs in the present day scientific world. Despite the social and political dominance of Hindu extremists, so-called love jihad, phobia, anti-conversion laws, and the exile of Dr. Zakir Naik speak of the embedded fear and hate of the Hindu elite against the Islam and the Muslims. ਉਹਨਾਂ ਨੇ ਇਹ ਕਿਹਾ ਕਿ ਵੀ ਇਹ ਹਿੰਦੂ ਜਿਹੜਾ ਉਹਨਾਂ ਦਾ ਬੁੱਤ ਪ੍ਰਸਤੀ ਹੈ, ਕਾਸਟ ਸਿਸਟਮ, ਆਈਡਲ ਵਰਸ਼ਿਪ, ਗਾਂ ਨੂੰ ਕਿਸ ਹੱਦ ਤੱਕ ਜਾਣਾ, ਔਰ ਇਹ
ਇਸ ਸਾਇੰਟੀਫਿਕ ਯੁੱਗ ਦੇ ਵਿੱਚ ਵੀ ਜੇ ਉਹਨਾਂ ਦਾ ਹਿੰਦੂ ਮੈਜੋਰੀਟੇਰੀਅਨ ਉਹ ਭਾਵਨਾਵਾਂ ਜਿਉਂਦੀਆਂ ਨਾ ਰੱਖਣ ਤਾਂ ਸ਼ਾਇਦ ਆਮ ਲੋਕ ਵੀ ਇਸ ਤੋਂ ਰਿਵੋਲਟ ਕਰਨ। ਇਸੇ ਕਰਕੇ ਜਿਹੜੇ ਇਹਨਾਂ ਨੂੰ ਚੈਲੰਜ ਕਰਨ ਵਾਲੇ ਨੇ ਜ਼ਾਕਰ ਨਾਇਕ ਜਾਂ ਦੂਸਰਾ ਉਹਨਾਂ ਦੀ ਔਰ ਜਿਸ ਕਿਸਮ ਦੇ ਲਾਅ ਇਹਨਾਂ ਨੇ ਐਂਟਾਈ ਕਨਵਰਸ਼ਨ ਲਾਅ ਔਰ ਦੂਜੇ ਲਿਆਂਦੇ ਔਰ ਮੁਸਲਮਾਨਾਂ ਨੂੰ ਬਲੇਮ ਕੀਤਾ ਜਾਂਦਾ ਹੈ ਜੀ ਲਵ ਜਿਹਾਦ ਤੇ ਫਲਾਣਾ ਜਿਹਾਦ ਔਰ ਈਵਨ COVID-19 ਜਿਹਾਦ ਵੀ ਉਹਨਾਂ ਤੇ। ਫਿਰ ਸੈਕੰਡਲੀ ਦਾ ਹਿੰਦੂ ਮੈਜੋਰਿਟੀ ਇਜ਼ ਵੈਰੀ ਪਾਵਰਫੁਲ ਟੂਲ in the hands of Hindu elite to make very tyrannical decisions such as the military action on Golden Temple in 1984, state terrorism in Indian held Kashmir, demolition of Babri Mosque, massacre of Muslims in Gujarat, revocation of special status for disputed Kashmir, Citizenship Amendment Act 2019 and NRC etc. Indian democracy and secularism have proved very bad experience for the religious minorities, especially the Muslims and the Sikhs and for the world peace. ਫਿਰ ਉਹਨਾਂ ਨੇ ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਵੀ ਉਹ ਕਿਉਂਕਿ ਹਿੰਦੂ ਮੈਜੋਰਿਟੀ ਨੂੰ ਇੰਟੈਕਟ ਰੱਖਦੇ ਆ ਉਹਨਾਂ ਨੇ ਜੋ ਕੁਝ ਕੀਤਾ ਉਹ ਜੂਨ 84 ਹੋਏ ਬਾਬਰੀ ਮਸਜਿਦ ਨੂੰ ਢਾਣਾ ਹੋਏ ਗੁਜਰਾਤ ਦੇ ਵਿੱਚ 2002 ਚ ਮੁਸਲਮਾਨਾਂ ਦਾ ਕਤਲੇਆਮ ਹੋਏ ਕਸ਼ਮੀਰ ਦੇ ਸਟੇਟਸ ਨੂੰ ਖਤਮ ਕਰਨਾ ਹੋਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਾਂ NRC ਹੋਏ ਇਹ ਜਿਹੜੇ ਨੇ ਉਹਨਾਂ ਨੇ ਇਸ ਸਾਰੇ ਦੇ ਉੱਤੇ ਮਾਈਨੋਰਟੀਜ਼ ਦੇ ਉੱਤੇ ਪੂਰੇ ਜ਼ੁਲਮ ਕੀਤੇ ਨੇ। The religious minorities can protest at the risk of their life, property and respect, but they cannot influence the legislation in India. A very lasting assurance of Hindus upper hand ਕਿ ਵੀ ਉਹ ਆਵਾਜ਼ ਚੁੱਕਣਗੇ ਮਾਰੇ ਜਾਣਗੇ ਪ੍ਰਾਪਰਟੀਆਂ ਜ਼ਬਤ ਹੋਣਗੀਆਂ ਬੁਲਡੋਜ਼ ਹੋਣਗੀਆਂ ਪਰ ਮੈਜੋਰਿਟੀ ਤਾਂ ਉਹਨਾਂ ਕੋਲ ਹੈ ਕਾਨੂੰਨ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਦੇ। Keeping in view the rigorous facts of the Indian Union, one can say with certainty that the non-Hindu communities of India are at the mercy of Hindu extremists, and if some minorities still feel free in India, then in a lighter vein, it is no more than a wishful thinking, self-betraying and short-sightedness। ਕਿ ਇਹ ਜਿਹੜਾ ਹਿੰਦੂ ਐਕਸਟ੍ਰੀਮਿਸਟ ਦਾ ਏਜੰਡਾ ਹੈ ਇਸ ਦੇ ਥੱਲੇ ਕੋਈ ਮਾਈਨੋਰਿਟੀ ਤਾਂ ਸੇਫ ਹੋ ਹੀ ਨਹੀਂ ਸਕਦੀ ਰਹਿ ਹੀ ਨਹੀਂ ਸਕਦੀ ਤੇ ਜੇ ਫਿਰ ਵੀ ਕਿਸੇ ਨੂੰ ਉੱਥੇ ਲੱਗਦਾ ਹੈ ਕਿ ਜੀ ਅਸੀਂ ਬਹੁਤ ਖੁਸ਼ ਹੈ ਤਾਂ ਫਿਰ ਉਹ ਇੱਕ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ ਔਰ ਇੱਕ ਡ੍ਰੀਮ ਲੈਂਡ ਦੇ ਵਿੱਚ ਰਹਿੰਦੇ ਨੇ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ Despite the connivance of advanced world with India with respect to its state managed violations of human rights and despite the connivance of the advanced world and UN resolutions, discriminatory laws and state terrorism, the separatist movements are continuing in India। ਕਿ ਇਹਦੇ ਬਾਵਜੂਦ ਕਿ ਜਿਹੜਾ ਐਡਵਾਂਸਡ ਵਰਲਡ ਹੈ ਉਹ ਵਪਾਰਕ ਹਿੱਤਾਂ ਕਰਕੇ ਉਹਨਾਂ ਦੇ ਨਾਲ ਅਲਾਇੰਸ ਰੱਖਦਾ ਹੈ ਬਾਕੀ ਮੁੱਦਿਆਂ ਨੂੰ ਜਾਂ UN ਰੈਜ਼ੋਲੂਸ਼ਨਸ ਨੂੰ ਦਰਕਨਾਰ ਕਰਕੇ ਲੇਕਿਨ ਇਹਦੇ ਬਾਵਜੂਦ ਭਾਰਤ ਦੇ ਵਿੱਚ ਜਿਹੜੀਆਂ ਅੱਡਵਾਦੀ ਲਹਿਰਾਂ ਨੇ ਉਹ ਬਰਾਬਰ ਜਾਰੀ ਨੇ। The Kashmiri Muslims are not compromising on their demand despite the state coercion and terrorism. The Khalistan movement is gaining strength day by day. Most gatherings of the Sikhs are held in Gurdwaras, which suggest that Khalistan movement is based on the teachings of the Sikh Gurus. उन्होंने कहा ना कश्मीरी दबण वाले ने ਖਾਲਿਸਤਾਨ ਦੀ ਮੂਵਮੈਂਟ ਵੀ ਦਿਨ ਬਾ ਦਿਨ ਜ਼ੋਰ ਫੜ ਰਹੀ ਹੈ। ਗੁਰਦੁਆਰਿਆਂ ਦੇ ਵਿੱਚ ਹੀ ਸਿੱਖਾਂ ਦੇ ਬਹੁਤ ਸਾਰੇ ਇਕੱਠ ਹੁੰਦੇ ਨੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਖਾਲਿਸਤਾਨ ਦਾ ਕਨਸੈਪਟ ਹੈ ਉਹ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹੈ। Whatever the advantages India enjoys, it is doomed to break up due to Hindu extremism, alienation and subjugation of 20 to 30% of its population, enforcement of Hindutva ideology, vindictive atmosphere of the country, demands of the right of self-determination and enmity with the neighbors। कि बेशक इंडिया जो मर्जी अपने दावे करे लेकिन एक गल सर्टन है कि भी 20 ਤੋਂ 30% आबादी ਹੁਣ 20 ਕਰੋੜ ਤਾਂ ਮੁਸਲਮਾਨ ਨੇ ਵੀ 20 ਤੋਂ 30% ਆਬਾਦੀ ਜਿਹੜੀ ਹੈ ਉਸ ਨੂੰ ਨੇ ਐਲੀਨੇਟ ਕਰ ਲਿਆ। ਉਹਨਾਂ ਦਾ ਜਿਹੜਾ ਮੁਲਕ ਦੇ ਵਿੱਚ ਇੱਕ ਬਦਲਾ ਲਊ ਭਾਵਨਾ ਵਾਲਾ ਸਾਰਾ ਪਾਰਟ ਹੈ ਔਰ ਇਹ ਜਿਹੜੀਆਂ ਡਿਮਾਂਡ ਆਫ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਔਰ ਗੁਆਂਢੀਆਂ ਦੇ ਨਾਲ ਦੁਸ਼ਮਣੀ ਇਹ ਸਾਰੇ ਭਾਰਤ ਨੂੰ ਟੁੱਟਣ ਵੱਲ ਵਧਾ ਰਹੇ ਨੇ। ਪਾਕਿਸਤਾਨ ਨੀਡਸ ਟੂ ਬੀ ਪੋਲੀਟੀਕਲੀ ਸਟੇਬਲ ਐਜ਼ ਸੂਨ ਐਜ਼ ਪੋਸੀਬਲ ਫॉर ਇਟਸ ਸਰਵਾਈਵਲ ਇੰਟੈਗ੍ਰਿਟੀ ਐਂਡ ਇਫੈਕਟਿਵ ਰੋਲ ਇਨ ਦਾ ਰੀਜਨ।
ਕਿ ਪਾਕਿਸਤਾਨ ਨੂੰ ਬਹੁਤ ਜਲਦੀ ਸਿਆਸੀ ਤੌਰ 'ਤੇ ਸਥਿਰ ਹੋਣਾ ਚਾਹੀਦਾ ਹੈ, ਆਪਣੀ ਹੋਂਦ ਲਈ, ਆਪਣੀ ਇੰਟੈਗਰਿਟੀ ਔਰ ਖਿੱਤੇ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਰੋਲ ਹੈ ਉਸ ਨੂੰ ਨਿਭਾਉਣ ਦੇ ਲਈ mere military power is not sufficient to deal with the hostile neighbor like India governed by the Hindu extremists। ਉਹਨਾਂ ਨੇ ਆਪਣੇ ਮੁਲਕ ਦੇ ਲੋਕਾਂ ਨੂੰ ਖਾਸ ਤੌਰ ਤੇ ਐਸਟੈਬਲਿਸ਼ਮੈਂਟ ਨੂੰ ਇਹ ਮੈਸੇਜ ਵੀ ਦਿੱਤਾ ਹੈ, ਪੋਲੀਟੀਕਲ ਲੀਡਰਸ਼ਿਪ ਨੂੰ ਵੀ, ਕਿ ਫੌਜੀ ਤੌਰ ਦੇ ਉੱਤੇ ਤਾਕਤਵਰ ਹੋਣਾ ਹੀ ਕਾਫੀ ਨਹੀਂ ਹੁੰਦਾ, ਜਿਹੜਾ ਜਿੱਥੇ ਕਿ ਇੰਡੀਆ, ਜਿੱਥੇ ਹਿੰਦੂ ਐਕਸਟ੍ਰੀਮਿਸਟ ਉਹਨੂੰ ਗਵਰਨ ਕਰ ਰਹੇ ਨੇ। ਬਿਲਕੁਲ ਪੀਪਲ ਐਟ ਦ ਹੈਲਮ ਆਫ ਅਫੇਅਰਸ ਇਨ ਪਾਕਿਸਤਾਨ ਮਸਟ ਹੈਵ ਰੀਅਲਾਈਜ਼ ਦਿਸ। ਉਹਨਾਂ ਨੂੰ ਹੁਣ ਤੱਕ ਇਸ ਦਾ ਜਿਹੜਾ ਇਲਮ ਹੋ ਜਾਣਾ ਚਾਹੀਦਾ ਹੈ। ਇਹ ਸਟਰੋਂਗ ਐਂਡ ਸਟੇਬਲ ਪਾਕਿਸਤਾਨ will naturally be a great strength for the ਖਾਲਿਸਤਾਨ ਮੂਵਮੈਂਟ। ਬਿਲਕੁਲ, ਔਰ ਅਸੀਂ ਤਾਂ ਆਪਣੇ ਆਲਮੋਸਟ ਜਦੋਂ ਵੀ ਮੌਕਾ ਮਿਲਦਾ ਹੈ ਕਿ ਭਾਈ ਸਾਡੇ ਲਈ ਕਾਨਸੈਪਟ ਵੀ, ਕਿਉਂਕਿ ਉਹੀ ਟੂ ਨੇਸ਼ਨ ਥਿਊਰੀ, ਅਸੀਂ ਹਿੰਦੂ ਨਹੀਂ ਹੈ, ਆਪਣਾ ਸਾਡੀ ਤਹਿਜ਼ੀਬ ਹੈ, ਉਹਦੇ 'ਤੇ ਪਾਕਿਸਤਾਨ ਬਣਿਆ, ਨੈਕਸਟ ਡੋਰ ਨੇਬਰ, ਔਰ ਹਰ ਲਿਹਾਜ਼ ਨਾਲ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਸਟਰੋਂਗ ਅਤੇ ਸਟੇਬਲ ਪਾਕਿਸਤਾਨ ਇਹ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਜ਼ਰੂਰੀ ਹੈ। ਸਰਟਨਲੀ the Sikh intellectuals must also be desiring Pakistan to be so। ਇਹ ਸਿੱਖ ਬੁੱਧੀਜੀਵੀ ਵੀ ਪਾਕਿਸਤਾਨ ਨੂੰ ਇਵੇਂ ਹੀ ਚਾਹੁੰਦੇ ਨੇ। ਬਹੁਤ ਬਹੁਤ ਸ਼ੁਕਰੀਆ ਰਾਜਾ ਨੁਸਰਤ ਅਲੀ ਜੀ। ਔਰ ਅਸੀਂ ਵੀ ਜਦੋਂ ਆਲਰੇਡੀ ਤੁਹਾਡੇ ਮੁਲਕ ਦੇ ਵਿੱਚ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ, ਪਹਿਲਾ ਰੋਜ਼ਾ ਹੋਏਗਾ, ਔਰ ਅਸੀਂ ਇਹ ਤੁਹਾਡੀ ਖੂਬਸੂਰਤ ਟ੍ਰਿਬਿਊਟ ਹੈ ਮੂਵਮੈਂਟ ਨੂੰ। ਔਰ ਜਿਵੇਂ ਤੁਸੀਂ ਸਾਰੇ ਇਸ਼ੂ ਨੂੰ ਇਨ ਟੋਟੈਲਿਟੀ ਦੇਖਿਆ, ਸਮਝਿਆ ਔਰ ਜਿਵੇਂ ਬਿਆਨਿਆ, ਕਾਸ਼ ਸਾਡੇ ਕੋਲ ਵੀ ਕੁਛ ਇੰਨੀ ਡੂੰਘੀ ਸੋਚ ਵਾਲੇ ਬੁੱਧੀਜੀਵੀ ਹੁੰਦੇ, ਜੇ ਨੇ ਤਾਂ ਉਹ ਇੱਕ ਡਰ ਥੱਲੇ ਬੋਲਦੇ ਨਹੀਂ। ਔਰ ਅਸੀਂ ਹਮੇਸ਼ਾ ਹੀ ਤੁਹਾਡੇ ਸ਼ੁਕਰਗੁਜ਼ਾਰ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਦੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।